ਮਾਸਟਰ ਜੀ ਕੀ ਕਹਿਣਾ ਚਾਹੋਗੇ ਇਸ ਸਰਕਾਰ ਨੇ ਇਸ ਆਮ ਆਦਮੀ ਪਾਰਟੀ ਨੇ ਬੜੇ ਸਬਜ਼ ਬਾਗ ਦਿਖਾਏ ਸੀਗੇ ਕਿ ਲੋਕ ਬਹੁਤ ਜਲਦ ਹੀ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਭੁੱਲ ਕੇ ਛੱਡ ਕੇ ਸਰਕਾਰੀ ਸਕੂਲਾਂ 'ਚ ਆ ਜਾਣਗੇ। ਸਿੱਖਿਆ ਜਿਹੜੀ ਆ ਉਹ ਕਹਿੰਦੇ ਸਿੱਖਿਆ ਬੇਚਾਰੀ ਕਰਮਾਂ ਦੀ ਮਾਰੀ। ਸਕੂਲਾਂ ਦਾ 1 ਇੰਚ ਵੀ ਜਿਹੜਾ ਸੁਧਾਰ ਆ ਨਹੀਂ ਹੋਇਆ। ਅਧਿਆਪਕ ਮਾਪੇ ਮਿਲਣੀ ਦੀ ਮੈਗਾ ਪੀਟੀਐਮ ਹੋਈ ਆ ਸਰਕਾਰ ਦੀ, ਇਹਦੇ ਵਿੱਚ ਦੱਸੋ ਕੀ ਪ੍ਰਾਪਤੀ ਆ। ਜਿਹੜੇ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਫੋਟੋ ਲਾ ਕੇ ਭਰਤੀਆਂ ਪੂਰੀਆਂ ਅਧਿਆਪਕ ਭਰਤੀ ਕੱਚੇ ਪੱਕੇ ਕੀਤੇ, ਉਹ ਸਾਰਾ ਡਰਾਮਾਬਾਜ਼ੀ ਲੱਗਦਾ ਤੁਹਾਨੂੰ? ਇਹਨਾਂ ਵੱਲੋਂ ਕੱਢੀਆਂ ਹਾਲੇ ਤੱਕ ਭਰਤੀਆਂ ਕੋਈ ਵੀ ਮੁਕੰਮਲ ਨਹੀਂ ਹੋਈਆਂ, ਉਹ ਵੀ ਸਿਰਫ ਇਸ਼ਤਿਹਾਰਾਂ ਤੱਕ ਸੀਮਤ ਆ। ਤੁਹਾਨੂੰ ਕੀ ਲੱਗਦਾ ਵੀ ਇਸ ਵਾਰ ਵੀ ਇਸ ਸਰਕਾਰ ਤੋਂ ਲੋਕ ਠੱਗੇ ਜਿਹੜੇ ਉਹ ਤੁਹਾਨੂੰ ਦਿਖਾਈ ਦੇ ਰਹੇ? ਜਿਹੜੇ ਅਧਿਆਪਕਾਂ ਨੂੰ ਆਸਾਂ ਸੀਗੀਆਂ ਉਹ ਸਾਰੀਆਂ ਖਤਮ ਹੋ ਗਈਆਂ, ਮਿੱਟੀ ਦੇ ਵਿੱਚ ਮਿਲ ਗਈਆਂ। ਉਸੇ ਤਰ੍ਹਾਂ ਅਧਿਆਪਕ ਜਿਹੜੇ ਰੁਜ਼ਗਾਰ ਲਈ ਟੈਂਕੀਆਂ ਤੇ ਚੜੇ ਹੋਏ ਆ। ਪਰ ਲੋਕ ਬਦਲਾਅ ਲਿਆਉਂਦੇ ਹੀ ਰਹਿ ਜਾਣਗੇ, ਕਦੀ ਕਾਲੀਆਂ ਦੀ ਲਿਆਂਦੀ ਕਦੀ ਕਾਂਗਰਸ ਦੀ ਲਿਆਂਦੀ। ਸਕੂਲਾਂ ਦੀ ਜਿਹੜੀ ਦੇਖਣ ਨੂੰ ਲੱਗਦੀ ਹੈ, ਇੰਟਰਲੋਕ ਟਾਇਲ ਐਨਆਰਈ ਨੇ ਲਾਇਆ ਹੁੰਦਾ, ਕੰਪਿਊਟਰ ਉੱਥੇ ਕਿਸੇ ਪੰਚਾਇਤ ਨਾਲ, ਇੱਦਾਂ ਸਾਰਾ ਕੁਝ ਜਿਹੜਾ ਸਿਸਟਮ ਹੈ ਉਹ ਲੋਕਾਂ ਵੱਲੋਂ ਹੀ ਕੀਤਾ ਜਾਂਦਾ। ਬਿਲਕੁਲ, ਉਹ ਅਧਿਆਪਕਾਂ ਤੇ ਪਹਿਲਾਂ ਦਬਾਅ ਪਾਇਆ ਜਾਂਦਾ ਵੀ ਆਪਣਾ ਸਕੂਲ ਜਿਹੜਾ ਸਮਾਰਟ ਬਣਾਉਣਾ, ਜਿੱਦਾਂ ਮਰਜ਼ੀ ਬਣਾਓ, ਗ੍ਰਾਂਟ ਕੋਈ ਨਹੀਂ ਮਿਲਣੀ। ਐਨਆਰਆਈ ਕੋਲ ਚੱਲ ਜਾਓ, ਪਿੰਡ ਦੀ ਪੰਚਾਇਤ ਕੋਲ ਚੱਲ ਜਾਓ, ਪਤਵੰਤੇ ਸੱਜਣਾ ਕੋਲ ਚੱਲ ਜਾਓ, ਉਹਨਾਂ ਤੋਂ ਜਿੱਦਾਂ ਮਰਜ਼ੀ ਪੈਸਾ ਲੈ ਕੇ ਉਹ ਆਪਣੇ ਸਕੂਲ ਨੂੰ ਵਧੀਆ ਬਣਾਓ। ਉੱਤੇ ਵਧੀਆ ਜਿਹਾ ਸਮਾਰਟ ਸਕੂਲ ਲਿਖਿਆ ਹੋਵੇ, ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਅਸੀਂ ਸਮਾਰਟ ਸਕੂਲ ਬਣਾਤੇ। ਮੰਨ ਲਓ ਪਹਿਲੀ ਤੋਂ ਲੈ ਕੇ 7ਵੀਂ ਤੱਕ ਕਲਾਸਾਂ ਨੇ, ਅਧਿਆਪਕ ਇੱਕ ਹੈ, ਉਹ ਕਿਵੇਂ ਪੜ੍ਹਾਏਗਾ? ਉਹਦੇ ਤੇ ਹੋਰ ਵੀ ਬਹੁਤ ਸਾਰੇ ਦਬਾਅ ਹੋਣਗੇ। ਕਿਵੇਂ ਪੀੜਤ ਹੈ ਅੱਜ ਅਧਿਆਪਕ? ਦੇਖੋ, ਅਧਿਆਪਕ ਜਿਹੜਾ ਆ, ਕਈ ਵਾਰੀ ਇੱਕ ਦਿਨ ਇੱਕ ਕਹਾਣੀ ਕਿਸੇ ਮੇਰੇ ਮਿੱਤਰ ਨੇ ਲਿਖੀ ਵੀ ਅਧਿਆਪਕ ਸ਼ਕਤੀਮਾਨ ਹੋ ਗਿਆ। ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕਾਂਚੀ ਟੀਵੀ, ਸਵਾਗਤ ਹੈ ਜੀ ਤੁਹਾਡਾ। ਜੈ ਗੁਰਦੇਵ ਜੈ ਭੀਮ। ਬੜੀਆਂ ਤੰਗੀਆਂ ਤਕਲੀਫਾਂ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਆਪਣਾ ਕਾਇਦਾ ਕਾਨੂੰਨ, ਆਪਣਾ ਸੰਵਿਧਾਨ, ਕਿੰਨਾ ਤਬਦੀਲੀ ਆਈ, ਕਿੰਨਾ ਕੁ ਬਦਲਾਅ ਆਇਆ। ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਵਿੱਚ ਬਹੁਤ ਵਾਰੀ ਸਰਕਾਰਾਂ ਬਦਲੀਆਂ ਤੇ ਹੁਣੇ ਵੀ ਨਵੀਂ ਇਸੇ ਸਾਲ 2022 ਦੇ ਵਿੱਚ ਸਰਕਾਰ ਬਦਲੀ ਹੈ, ਜਿਹੜੀ ਇਹ ਕਹਿ ਕੇ ਬਦਲੀ ਹੈ ਕਿ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਐਜੂਕੇਸ਼ਨ ਦਾ ਸੁਧਾਰ ਕੀਤਾ ਜਾਏਗਾ, ਸਿਹਤ ਸਹੂਲਤਾਂ ਦਾ ਸੁਧਾਰ ਕੀਤਾ ਜਾਏਗਾ ਔਰ ਰੁਜ਼ਗਾਰ ਦਿੱਤੇ ਜਾਣਗੇ। ਪਰ ਕਿੰਨਾ ਕੁ ਸੁਧਾਰ ਹੋਇਆ ਖਾਸ ਕਰਕੇ ਐਜੂਕੇਸ਼ਨ ਦੇ ਵਿੱਚ? ਮੇਰੇ ਨਾਲ ਨੇ ਇਸ ਵੇਲੇ ਐਜੂਕੇਸ਼ਨ ਤੇ ਖਾਸ ਤੌਰ ਤੇ ਗੱਲ ਕਰਨ ਦੇ ਲਈ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਸੂਬੇ ਦੇ ਮੀਡੀਆ ਇੰਚਾਰਜ ਮਾਸਟਰ ਕਰਨੈਲ ਫਲੋਰ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਜੀ। ਸਵਾਗਤ ਹੈ ਜੀ ਤੁਹਾਡਾ। ਜੈ ਗੁਰਦੇਵ ਜੈ ਭੀਮ। ਜੈ ਗੁਰਦੇਵ ਜੈ ਭੀਮ। ਕਾਂਚੀ ਟੀਵੀ ਦਾ ਧੰਨਵਾਦ ਨਿਰਮਲ ਅਰੋੜਾ ਜੀ, ਸ਼ੁਕਰੀਆ। ਮਾਸਟਰ ਜੀ ਕੀ ਕਹਿਣਾ ਚਾਹੋਗੇ ਇਸ ਸਰਕਾਰ ਨੇ, ਇਸ ਆਮ ਆਦਮੀ ਪਾਰਟੀ ਨੇ ਬੜੇ ਸਬਜ਼ ਬਾਗ ਦਿਖਾਏ ਸੀਗੇ ਕਿ ਲੋਕ ਬਹੁਤ ਜਲਦ ਹੀ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਭੁੱਲ ਕੇ ਛੱਡ ਕੇ ਸਰਕਾਰੀ ਸਕੂਲਾਂ 'ਚ ਆ ਜਾਣਗੇ। ਇੱਦਾਂ ਦੇ ਹਾਲਾਤ, ਇੱਦਾਂ ਦੇ ਸਕੂਲਾਂ ਦੇ ਵਧੀਆ ਬਣਾ ਦਿਆਂਗੇ, ਮਾਸਟਰ ਪੂਰੇ ਹੋਣਗੇ, ਜਿਹੜਾ ਉਹ ਸਾਜੋ ਸਮਾਨ ਪੂਰਾ ਹੋਏਗਾ, ਹਾਲਾਤ ਵਧੀਆ ਬਣਾ ਦੇਣਗੇ। ਕਿੰਨੀ ਕੁ ਤਬਦੀਲੀ ਆਈ ਲੱਗਦੀ, ਕਿਉਂਕਿ ਤੁਸੀਂ ਪੂਰੇ ਪੰਜਾਬ ਭਰ ਨੂੰ ਤੁਸੀਂ ਅੱਜ ਦੇਖਦੇ ਹੋ? ਦੇਖੋ ਗੋੜਾ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਪਹਿਲਾਂ ਕੈਪਟਨ ਦੀ ਸਰਕਾਰ ਸੀ, ਉਸ ਤੋਂ ਪਹਿਲਾਂ ਚੰਨੀ ਦੀ ਸਰਕਾਰ ਸੀ, ਉਸ ਵੇਲੇ ਉਹਨਾਂ ਨੇ ਸਮਾਰਟ ਸਕੂਲਾਂ ਦਾ ਕਨਸੈਪਟ ਲੈ ਕੇ ਆਂਦਾ, ਜਿਹਨੂੰ ਡੀਲ ਕਰਦੇ ਸੀ ਮਿਸਟਰ ਕ੍ਰਿਸ਼ਨ ਕੁਮਾਰ, ਜਿਹੜੇ ਐਜੂਕੇਸ਼ਨ ਸੈਕਟਰੀ ਸੀ ਉਸ ਵੇਲੇ। ਜਦੋਂ ਉਸ ਵੇਲੇ ਰੰਗ ਰੋਗਨ ਕਰ ਦਿੱਤੇ ਸਕੂਲਾਂ ਨੂੰ ਵਧੀਆ ਦਰਸਾਉਣ ਦੇ ਲਈ, ਲੋਕਾਂ ਜਿੱਦਾਂ ਪੇਸ਼ ਕੀਤਾ ਵੀ ਸਾਡੇ ਪੰਜਾਬ ਦੇ ਸਕੂਲ ਜਿਹੜੇ ਆ ਭਾਰਤ ਦੇ ਸਾਰੇ ਸਕੂਲਾਂ ਨਾਲੋਂ ਵਧੀਆ ਆ। ਇਹ ਜਿਹੜੀ ਹੋਣ ਵਾਲੀ ਸਰਕਾਰ ਆਈ ਆ, ਬਦਲਾਅ ਦੇ ਨਾਂ ਤੇ ਆਈ ਆ, ਸਿੱਖਿਆ ਦੇ ਸੁਧਾਰਾਂ ਦੇ ਨਾਂ ਤੇ ਆਈ ਆ, ਸਿਹਤ ਦੇ ਸੁਧਾਰਾਂ ਦੇ ਨਾਂ ਤੇ ਆਈ ਆ। ਉਹਨਾਂ ਨੇ ਕਿਹਾ ਸੀ ਅਸੀਂ ਵਧੀਆ ਸਿੱਖਿਆ ਮਾਡਲ ਦੇਵਾਂਗੇ, ਦਿੱਲੀ ਵਰਗਾ ਮਾਡਲ ਦੇਵਾਂਗੇ। ਚਾਹੇ ਦਿੱਲੀ ਦਾ ਮਾਡਲ ਕਿਸੇ ਨੇ ਦੇਖਿਆ ਜਾਂ ਨਹੀਂ ਦੇਖਿਆ, ਲੋਕਾਂ ਨੇ ਵੱਧ ਚੜ੍ਹ ਕੇ ਬਦਲਾਅ ਦੇ ਵਿੱਚ ਹਿੱਸਾ ਪਾਇਆ ਔਰ ਸਰਕਾਰ ਬਦਲ ਗਈ। ਅੱਜ ਭਗਵੰਤ ਮਾਨ ਜੀ ਦੀ ਸਰਕਾਰ ਨੂੰ 9 ਮਹੀਨੇ ਹੋ ਗਏ ਲਗਾਤਾਰ ਬਦਲੀ ਨੂੰ। ਪਰ ਜੇ ਆਪਾਂ ਕਹਿ ਲਈਏ ਸਿਆਣਿਆਂ ਦਾ ਕਿਹਾ, ਸਿਰ ਮੱਥੇ ਭਨਿਆਲਾ ਉੱਥੇ ਦਾ ਉੱਥੇ। ਸਿੱਖਿਆ ਜਿਹੜੀ ਆ ਉਹ ਕਹਿੰਦੇ ਸਿੱਖਿਆ ਬੇਚਾਰੀ ਕਰਮਾਂ ਦੀ ਮਾਰੀ। ਮੰਨ ਲਓ ਹਾਂਜੀ, ਪਰਉਪਕਾਰੀ ਨਹੀਂ ਹੈ, ਮੈਂ ਕਹਿੰਦਾ ਹੁੰਦਾ ਕਰਮਾਂ ਦੀ ਮਾਰੀ। ਕਰਮਾਂ ਦੀ ਮਾਰੀ ਇਸ ਕਰਕੇ ਆ ਕਿਉਂਕਿ ਸਿੱਖਿਆ ਨੂੰ ਹਮੇਸ਼ਾ ਵਰਤਿਆ ਜਾਂਦਾ, ਐਜੂਕੇਸ਼ਨ ਢਾਂਚਾ ਜਿਹੜਾ ਉਹਨੂੰ ਹਮੇਸ਼ਾ ਵੋਟਾਂ ਵਾਸਤੇ ਵਰਤਿਆ ਜਾਂਦਾ। ਪਹਿਲੇ ਵਰਤਦੇ ਰਹੇ, ਹੁਣ ਵਾਲਿਆਂ ਨੇ ਵੀ ਵਰਤਿਆ, ਚਲੋ ਬਦਲਾਅ ਆ ਗਿਆ। 9 ਮਹੀਨੇ ਸਰਕਾਰ ਨੂੰ ਹੋ ਗਏ, ਸਕੂਲਾਂ ਦਾ 1 ਇੰਚ ਵੀ ਜਿਹੜਾ ਸੁਧਾਰ ਆ ਨਹੀਂ ਹੋਇਆ। ਪਹਿਲਾਂ ਵਾਲੇ ਸਮਾਰਟ ਸਕੂਲ ਕਹਿੰਦੇ ਸੀ, ਹੁਣ ਇਹਨਾਂ ਨੇ ਵੀ ਉਹੀ ਕੰਮ ਸ਼ੁਰੂ ਕਰ ਦਿੱਤਾ ਵੀ 100% ਜਿਹੜਾ ਨਤੀਜਾ ਲੈ ਕੇ ਆਉਣਾ, 100% ਰਿਜ਼ਲਟ ਲੈ ਕੇ ਆਉਣਾ। ਕਾਰਨ ਕੀ ਆ ਵੀ ਲੋਕਾਂ ਨੂੰ ਕਹਿੰਦੇ ਮਤਲਬ ਸਕੂਲਾਂ ਦੇ ਵਿੱਚ ਢਾਂਚਾ ਹੈ ਨਹੀਂ ਉਹ 100% ਵਾਲਾ। ਸਭ ਤੋਂ ਪਹਿਲਾਂ ਜ਼ਰੂਰਤ ਹੁੰਦੀ ਆ ਅਧਿਆਪਕ ਦੇ ਬੇਸ ਤੇ ਸਿੱਖਿਆ ਹੁੰਦੀ ਆ। ਜੇ ਹੁਣ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਹੋਵੇ, ਮੰਨ ਲਓ 25,000 ਅਧਿਆਪਕਾਂ ਦੀਆਂ ਅਸਾਮੀਆਂ ਜਿਹੜੀਆਂ ਆ ਉਹ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਆ, 25,000 ਅਸਾਮੀਆਂ ਜਿਹੜੀਆਂ ਉਹ ਸੈਕੰਡਰੀ ਸਕੂਲਾਂ 'ਚ ਖਾਲੀ ਆ, 7,000 ਅਸਾਮੀਆਂ ਆ ਮਿਡਲ ਸਕੂਲਾਂ ਵਿੱਚ ਖਾਲੀ ਆ।
ਤੁਸੀਂ ਮੰਨ ਲਓ 100% ਰਿਜ਼ਲਟ ਜਿਹੜਾ ਆ 100% ਨਤੀਜਾ ਜਿਹੜਾ ਆ ਉਹ ਕਿਵੇਂ ਅਚੀਵ ਕਰੋਗੇ ਬਿਨਾਂ ਅਧਿਆਪਕਾਂ ਤੋਂ ਰਿਜ਼ਲਟ ਜਿਹੜਾ ਆ। ਜੇ ਫਿਰ ਅਧਿਆਪਕਾਂ ਦੇ ਦਬਾਅ ਪਾਉਣਗੇ ਲੈ ਵੀ ਤੁਸੀਂ 100% ਨਤੀਜਾ ਦੇਣਾ ਆ, ਫਿਰ ਅਧਿਆਪਕ ਵੀ ਉਦਾਂ ਦੇ ਹੋ ਜਾਣਗੇ, ਉਹ ਅੰਕੜੇ ਜਿਹੜੇ ਆ ਕੱਢ ਕੇ ਦਿੰਦੇ ਨੇ ਲੈ ਵੀ 100% ਆ ਗਿਆ। ਇਹ ਕਹਿਣ ਤੋਂ ਭਾਵ ਵੀ ਅੰਕੜਿਆਂ ਦਾ ਫਰਜ਼ੀਵਾੜਾ ਹੋਊਗਾ। ਬੇਸਿਕ ਜਿਹੜੀਆਂ ਆਧਾਰ ਆ ਆਪਾਂ ਸਿੱਖਿਆ ਉਹਨੂੰ ਸਰਕਾਰ ਨਹੀਂ ਹਾਲੇ ਤੱਕ ਸਮਝ ਰਹੇ। ਆ ਬੀਤੇ ਦਿਨਾਂ ਦੇ ਵਿੱਚ ਬਹੁਤ ਵੱਡੇ ਤੁਸੀਂ ਪੀਟੀਐਮ ਦੇ ਇਸ਼ਤਿਹਾਰ ਦੇਖੇ ਹੋਣਗੇ। 24 ਤਰੀਕ ਨੂੰ ਮੰਨ ਲਓ ਅਧਿਆਪਕ ਮਾਪੇ ਮਿਲਣੀ ਦੀ ਮੈਗਾ ਪੀਟੀਐਮ ਹੋਈ ਆ ਸਰਕਾਰ ਦੀ। ਇਹਦੇ ਵਿੱਚ ਦੱਸੋ ਕੀ ਪ੍ਰਾਪਤੀ ਆ? ਪੀਟੀਐਮ ਤਾਂ ਪਹਿਲਾਂ ਵੀ 10 ਸਾਲ ਤੋਂ ਲਗਾਤਾਰ ਹੋ ਰਹੀ ਆ, ਹਰ 3 ਮਹੀਨੇ ਬਾਅਦ ਪੇਪਰ ਹੁੰਦੇ ਆ, ਮਾਪੇ ਬੱਚਿਆਂ ਦੀ ਕਾਰਗੁਜ਼ਾਰੀ ਦੇਖਣ ਵਾਸਤੇ ਸਕੂਲ ਆਉਂਦੇ ਆ। ਇਹਦੇ ਵਿੱਚ ਜਾਂ ਮੰਨ ਲਓ ਨਵੀਂ ਸਰਕਾਰ ਦੀ ਪ੍ਰਾਪਤੀ ਕੀ ਹੋ ਗਈ ਜੇ ਇਹਨੂੰ ਮੈਗਾ ਪੀਟੀਐਮ ਕਹਿੰਦੇ। ਤੁਸੀਂ ਇਹ ਦੇਖ ਲਓ ਕਰੋੜਾਂ ਰੁਪਈਆਂ ਦੇ ਇਸ਼ਤਿਹਾਰ, ਕੋਈ ਵੀ ਅਖਬਾਰ ਇਸ ਤਰ੍ਹਾਂ ਦੀ ਬਚੀ ਨਹੀਂ ਹੋਗੀ ਜਿਹਦੇ ਵਿੱਚ ਇਸ਼ਤਿਹਾਰ ਨਾ ਦਿੱਤਾ ਹੋਊਗਾ ਵੀ ਅਸੀਂ ਮੈਗਾ ਪੀਟੀਐਮ ਕਰਵਾ ਰਹੇ ਹਾਂ। ਕਰਵਾਉਣ ਦਾ ਫਾਇਦਾ ਕੀ ਹੋਇਆ ਉਹ ਆਪਾਂ ਨੇ ਅੰਕੜੇ ਦੱਸਦੇ ਆ, ਉਹ ਤੁਹਾਡੇ ਸਾਹਮਣੇ ਆ। ਪੈਸਾ ਵਾਧੂ ਦਾ ਜਿਹੜਾ ਆ ਉਹਦੇ ਤੇ ਲਗਾਇਆ ਜਾ ਰਿਹਾ, ਪਰ ਸੁਧਾਰਨਾ ਦੀ ਹਲੇ ਕੋਈ ਚੀਜ਼ ਨਹੀਂ। ਮੈਂ ਗੱਲ ਕਰਨੀ ਚਾਹੁੰਦਾ ਆ ਜਿਹੜੀ ਨਵੀਂ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ, ਮੰਨ ਲਓ ਸਿੱਖਿਆ ਦੇ ਨਾਂ ਤੇ ਜਿਹੜੀ ਹੋਂਦ ਵਿੱਚ ਆਈ ਪੰਜਾਬ ਦੇ ਵਿੱਚ, ਸਭ ਤੋਂ ਪਹਿਲਾਂ ਉਹਨੂੰ ਗ੍ਰਾਸ ਰੂਟ ਜਿਹੜੇ ਆ ਹੇਠਲੇ ਪੱਧਰ ਤੇ ਸਿੱਖਿਆ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਆ ਉਹਨੂੰ ਪਹਿਲ ਦੇ ਆਧਾਰ ਤੇ ਵਾਚਣਾ ਚਾਹੀਦਾ। ਜਿੰਨਾ ਚਿਰ ਅਸੀਂ ਕਿਸੇ ਬਿਮਾਰੀ ਨੂੰ ਦੇਖਦੇ ਨਹੀਂ ਵੀ ਬਿਮਾਰੀ ਦੇ ਕਾਰਨ ਕੀ ਆ, ਉਹਨਾਂ ਚਿਰ ਉਹਦਾ ਇਲਾਜ ਨਹੀਂ ਹੋ ਸਕਦਾ। ਇਸ ਕਰਕੇ ਜੇ ਆਪਾਂ ਉੱਪਰੋਂ ਰੰਗ ਕਰਕੇ ਸਮਾਰਟ ਸਕੂਲ ਦਿਖਾਉਣੇ ਆ ਜਾਂ ਅਖਬਾਰਾਂ ਦੇ ਵਿੱਚ ਵਧੀਆ ਦਿਖਾਉਣਾ ਆ, ਇਹ ਤਾਂ ਕਹਿਣ ਵਾਲੀ ਆ, ਇਹ ਇੱਕ ਵੱਡਾ ਫਰਜ਼ੀਵਾੜਾ ਹੋਊਗਾ। ਹਾਂ ਇਹਦੇ ਬਾਰੇ ਜਿਹੜੇ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਫੋਟੋ ਲਾ ਕੇ ਭਰਤੀਆਂ ਪੂਰੀਆਂ ਅਧਿਆਪਕ ਭਰਤੀ ਕੱਚੇ ਪੱਕੇ ਕੀਤੇ, ਉਹ ਸਾਰਾ ਡਰਾਮਾਬਾਜ਼ੀ ਲੱਗਦਾ ਤੁਹਾਨੂੰ? ਦੇਖੋ ਗੋੜਾ ਜੀ, ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੀ ਹੁਣ ਭਰਤੀ ਹੋਈ ਹੈ ਸਿਰਫ 6000 ETT ਅਧਿਆਪਕ। ਜਿਹੜਾ ਪਿਛਲਾ ਜਿਹੜਾ ਸੀਗਾ ਪਿਛਲੀ ਸਰਕਾਰ ਜਿਹੜੀ ਚੰਨੀ ਸਰਕਾਰ ਸੀ ਉਹਨੇ ਜਿਹੜੀਆਂ ਨੌਕਰੀਆਂ ਕੱਢੀਆਂ ਸੀ ਉਹਦੇ ਤੇ ਹਾਈ ਕੋਰਟ ਨੇ ਪਾਬੰਦੀ ਲਾਈ ਸੀ। ਹਾਈ ਕੋਰਟ ਦੀ ਜਿਹੜੀ ਪਾਬੰਦੀ ਹੈ ਉਹ ਖਤਮ ਹੋਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ। ਇਹਨਾਂ ਵੱਲੋਂ ਕੱਢੀਆਂ ਹਾਲੇ ਤੱਕ ਭਰਤੀਆਂ ਕੋਈ ਵੀ ਮੁਕੰਮਲ ਨਹੀਂ ਹੋਈਆਂ, ਉਹ ਵੀ ਸਿਰਫ ਇਸ਼ਤਿਹਾਰਾਂ ਤੱਕ ਸੀਮਤ ਆ। ਮੰਨ ਲਓ 5954 ਅਧਿਆਪਕ ਹਾਲੇ ਭਰਤੀ ਹੋਣ ਵਾਲੇ ਆ, 4100 ਅਧਿਆਪਕ ਹਾਲੇ ਭਰਤੀ ਹੋਣ ਵਾਲੇ ਆ, ਉਹਨਾਂ ਦਾ ਇਸ਼ਤਿਹਾਰ ਤੁਰਾ ਫਿਰਦਾ। 2364 ਅਧਿਆਪਕ ਹਾਲੇ ਭਰਤੀ ਹੋਣ ਵਾਲੇ, ਉਹਨਾਂ ਦਾ ਇਸ਼ਤਿਹਾਰ ਤੁਰਾ ਫਿਰਦਾ, ਉਹਨਾਂ ਦੀ ਭਰਤੀ ਹਾਲੇ ਮੁਕੰਮਲ ਨਹੀਂ ਹੋਈ। ਇਸ ਕਰਕੇ ਉਹ ਹਾਲੇ ਇਸ਼ਤਿਹਾਰਾਂ ਵਿੱਚ ਆ। ਜੇ ਆਪਾਂ ਕਹਿ ਲਈਏ ਵੀ ਇਸ਼ਤਿਹਾਰ ਵੱਡੇ ਦੇ ਦਿੱਤੇ, ਭਰਤੀ ਪੂਰੀ ਨਹੀਂ ਹੋਈ। ਮੰਨ ਲਓ ਮੈਂ 6500 ਭਰਤੀ ਕਹਿ ਰਿਹਾ ਸੀਗਾ, ਉਹਦੇ ਵਿੱਚੋਂ ਵੀ 4000 ਦੀ ਭਰਤੀ ਹੋਈ ਆ, ਬਾਕੀ ਹਾਲੇ ਜਿਹੜਾ ਉਹ ਕੋਟਾ ਇਉਂ ਦਾ ਇਉਂ ਪਿਆ ਆ। ਤੁਹਾਨੂੰ ਕੀ ਲੱਗਦਾ ਵੀ ਇਸ ਵਾਰ ਵੀ ਇਸ ਸਰਕਾਰ ਤੋਂ ਲੋਕ ਠੱਗੇ ਜਿਹੜੇ ਉਹ ਤੁਹਾਨੂੰ ਦਿਖਾਈ ਦੇ ਰਹੇ? ਦੇਖੋ ਮੈਂ ਗੋੜਾ ਜੀ ਸਿੱਧੀ ਗੱਲ ਆ ਵੀ ਬਦਲਾਅ ਲਿਆਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਅਧਿਆਪਕਾਂ ਦੀ ਤੇ ਮੁਲਾਜ਼ਮਾਂ ਦੀ ਸੀ। ਘੱਟੋ ਘੱਟ ਸਾਰੇ ਪੰਜਾਬ ਦੇ ਵਿੱਚ ਆਪਾਂ ਜੇ ਦੇਖੀਏ 30 ਲੱਖ ਵੋਟ ਨੂੰ ਅਧਿਆਪਕ ਜਿਹੜੇ ਆ ਮੁਲਾਜ਼ਮ ਜਿਹੜੇ ਪ੍ਰਭਾਵਿਤ ਕਰਦੇ ਆ। ਹੁਣ ਜਦੋਂ ਸਰਕਾਰ ਬਣ ਗਈ, ਜਿਹੜੇ ਅਧਿਆਪਕਾਂ ਨੂੰ ਆਸਾਂ ਸੀਗੀਆਂ ਉਹ ਸਾਰੀਆਂ ਖਤਮ ਹੋ ਗਈਆਂ, ਮਿੱਟੀ ਦੇ ਵਿੱਚ ਮਿਲ ਗਈਆਂ। ਉਸੇ ਤਰ੍ਹਾਂ ਅਧਿਆਪਕ ਜਿਹੜੇ ਆ ਰੁਜ਼ਗਾਰ ਲਈ ਟੈਂਕੀਆਂ ਤੇ ਚੜੇ ਹੋਏ ਆ, ਉਸੇ ਤਰ੍ਹਾਂ ਮੰਨ ਲਓ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਧਰਨੇ ਮੁਜ਼ਾਹਰੇ ਚੱਲ ਰਹੇ ਆ। ਇਸ ਕਰਕੇ ਅਧਿਆਪਕ ਜਿਹੜੇ ਆ ਜਾਂ ਮੁਲਾਜ਼ਮ ਜਿਹੜੇ ਠੱਗੇ ਮਹਿਸੂਸ ਕਰਦੇ ਆ। ਮੈਨੂੰ ਇੱਦਾਂ ਲੱਗਦਾ ਵੀ ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਪੁਰਾਣੀਆਂ ਸਰਕਾਰਾਂ ਨੂੰ ਵੀ ਚੰਗੀਆਂ ਕਹਾਉਣ ਦੇ ਵਿੱਚ ਇਹ ਸਰਕਾਰ ਜਿਹੜੀ ਆ ਵੱਡਾ ਯੋਗਦਾਨ ਪਾ ਰਹੀ ਆ। ਫਿਰ ਲੋਕ ਕਹਿਣਗੇ ਵੀ ਲੈ ਯਾਰ ਇਹਦੇ ਨਾਲ ਤਾਂ ਪਹਿਲੇ ਹੀ ਚੰਗੇ ਸੀਗੇ, ਜਿਹੜੇ ਆਹ ਕੁਝ ਕਰਦੇ ਸੀ ਇਹ ਉਦੋਂ ਵੀ ਗਾਂਹ ਦੇ ਆ। ਇਸ ਕਰਕੇ ਲੋਕਾਂ ਦਾ ਜਿਹੜਾ ਹੁਣੇ 9 ਮਹੀਨੇ ਤੱਕ ਹੀ ਉਹਨਾਂ ਦਾ ਮੂਡ ਜਿਹੜਾ ਆ ਬਦਲ ਗਿਆ। ਤੁਸੀਂ ਇਹ ਦੇਖ ਲਓ ਵੀ ਆਉਣ ਵਾਲੇ 2024 ਦੇ ਵਿੱਚ ਲੋਕਾਂ ਨੇ ਆਪਣਾ ਜਿਹੜਾ ਫਤਵਾ ਆ ਉਹ ਲਗਭਗ ਸਾਹਮਣੇ ਲਿਆ ਦੇਣਾ। ਫਤਵਾ ਤਾਂ ਲਿਆ ਦੇਣਾ, ਪਰ ਲੋਕ ਬਦਲਾਓ ਲਿਆਉਂਦੇ ਹੀ ਰਹਿ ਜਾਣਗੇ। ਕਦੀ ਕਾਲੀਆਂ ਦੀ ਲਿਆਂਦੀ, ਕਦੀ ਕਾਂਗਰਸ ਦੀ ਲਿਆਂਦੀ, ਐਤਕੀ ਤੀਜਾ ਬਦਲ ਵੀ ਲਿਆ ਕੇ ਦੇਖ ਲਿਆ। ਇੱਦਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਬਦਲ ਕੇ ਹੀ ਤਾਂ ਦੇਖਿਆ। ਲੋਕਾਂ ਨੇ ਆਪਣਾ ਕੰਮ ਕੀਤਾ, ਸਰਕਾਰਾਂ ਨੇ ਆਪਣਾ ਕੰਮ ਨਹੀਂ ਕੀਤਾ। ਲੋਕ ਕੀ ਕਰਨ ਇੱਥੇ? ਲੋਕਾਂ ਲਈ ਕੀ ਰਸਤਾ ਹੈਗਾ? ਦੇਖੋ ਲੋਕ ਜਿਹੜੇ ਆ ਪਹਿਲਾਂ A ਟੀਮ ਫਿਰ B ਟੀਮ ਹੁਣ C ਟੀਮ ਵੀ ਉਹਨਾਂ ਨੇ ਲਿਆ ਕੇ ਦੇਖ ਲਈ ਆ। ਸਤਾ ਤਬਦੀਲੀ ਤੇ ਪ੍ਰਬੰਧ ਦੇ ਵਿੱਚ ਤਬਦੀਲੀ ਦਾ ਬਹੁਤ ਵੱਡਾ ਅੰਤਰ ਆ। ਹੁਣ ਸਤਾ ਤਬਦੀਲੀ ਹੋ ਸਕਦੀ ਆ, ਪ੍ਰਬੰਧ ਬਦਲਣਾ ਬੜਾ ਔਖਾ ਹੈ। ਜਿੰਨਾ ਚਿਰ ਲੋਕ ਪ੍ਰਬੰਧ ਨੂੰ ਨਹੀਂ ਸਮਝਦੇ, ਕਿਉਂਕਿ ਪ੍ਰਬੰਧ ਉਹੀ ਆ। ਮੈਂ ਉਦਾਹਰਨ ਦਿੰਦਾ ਹੁੰਦਾ, ਇੱਕ ਬਹੁਤ ਵੱਡੀ ਗੱਡੀ ਆ, ਟਰੱਕ ਆ, ਉਹਦੀ ਅਲਾਈਨਮੈਂਟ ਵਿੰਗੀ ਹੋਈ ਆ ਔਰ ਧੂਆਂ ਮਾਰਦੀ ਆ। ਜੇ ਆਪਾਂ ਹਰ ਵਾਰੀ ਡਰਾਈਵਰ ਬਦਲ ਦਈਏ, ਉਹ ਨਾ ਉਹਦੀ ਅਲਾਈਨਮੈਂਟ ਸਿੱਧੀ ਹੁੰਦੀ ਆ, ਨਾ ਉਹ ਧੂਆਂ ਮਾਰਨੋਂ ਹਟਦੀ ਆ। ਲੋਕਾਂ ਦਾ ਵੀ ਇਹੀ ਹਾਲ ਆ ਵੀ ਹਰ ਵਾਰ ਉਹ ਅਲਾਈਨਮੈਂਟ ਬਦਲਣ ਦੀ ਬਜਾਏ, ਉਹ ਗੱਡੀ ਦੀ ਧੂਆਂ ਮਾਰਨ ਦੀ ਸਮੱਸਿਆ ਨੂੰ ਦੂਰ ਕਰਨ ਦੀ ਬਜਾਏ ਜਿਹੜਾ ਡਰਾਈਵਰ ਬਦਲ ਦਿੰਦੇ ਆ, ਗੱਡੀ ਉਸੇ ਤਰ੍ਹਾਂ ਚੱਲਦੀ ਹੈ। ਇਸ ਕਰਕੇ ਸਿਸਟਮ ਉਸੇ ਤਰ੍ਹਾਂ ਚੱਲਦਾ ਆ ਜਿਵੇਂ ਪਹਿਲਾਂ A ਟੀਮ ਚਲਾਉਂਦੀ ਸੀ, ਫਿਰ B ਟੀਮ ਚਲਾਉਂਦੀ, ਹੁਣ C ਟੀਮ ਉਹਨੂੰ ਚਲਾਉਣਾ ਸ਼ੁਰੂ ਕਰ ਲਿਆ। ਇਸ ਕਰਕੇ ਲੋੜ ਆ ਵੀ ਲੋਕ ਸਿਸਟਮ ਜਿਹੜਾ ਆ
ਉਹਨੂੰ ਸਮਝਣ ਔਰ ਉਹਦੀ ਤਬਦੀਲੀ ਲਈ ਹਮਲਾ ਮਾਰਨ। ਜਿੰਨਾ ਚਿਰ ਲੋਕਾਂ ਦੇ ਮੁਤਾਬਕ ਜਿਹੜਾ ਆ ਪ੍ਰਬੰਧ ਉਹ ਨਹੀਂ ਚੱਲਦਾ, ਉਹਨਾਂ ਚਿਰ ਜਿਹੜੀਆਂ ਸੱਤਾ ਬਦਲਦੀ ਰਹੂਗੀ ਔਰ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਰਹਿਣਗੀਆਂ, ਕੋਈ ਅੰਤਰ ਨਹੀਂ ਹੋਊਗਾ। ਇਸ ਵਾਰ ਨਾ ਹਿਮਾਚਲ ਦੇ ਵਿੱਚ ਹੋ ਰਹੀਆਂ ਰੈਲੀਆਂ ਚੋਣਾਂ ਦੇ ਦੌਰਾਨ ਭਗਵੰਤ ਮਾਨ ਤੇ ਕੇਜਰੀਵਾਲ ਦੇ ਵੱਲ ਉਦਾਹਰਨ ਦਿੱਤੀ ਜਾ ਰਹੀ ਸੀਗੀ, ਜਿਵੇਂ ਪੰਜਾਬ ਦੇ ਵਿੱਚ ਉਦਾਹਰਨ ਦਿੱਤੀ ਜਾ ਰਹੀ ਸੀਗੀ ਦਿੱਲੀ ਦੀ, ਤੇ ਇਹਨਾਂ ਸਟੇਟਾਂ ਦੇ ਵਿੱਚ ਦਿੱਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਬਦਲਾਓ ਲਿਆ ਕੇ ਆਂਦਾ, ਅਸੀਂ ਸਕੂਲ ਬਦਲ ਕੇ ਰੱਖ। ਅਸਲ 'ਚ ਗਰਾਊਂਡ ਰਿਐਲਿਟੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਸਕੂਲਾਂ ਦੀ ਜਿਹੜੀ ਦੇਖਣ ਨੂੰ ਲੱਗਦੀ ਹੈ, ਇੰਟਰਲੋਕ ਟਾਇਲ NRE ਨੇ ਲਾਇਆ ਹੁੰਦਾ, ਕੰਪਿਊਟਰ ਉੱਥੇ ਕਿਸੇ ਪੰਚਾਇਤ ਨਾਲ, ਇੱਦਾਂ ਸਾਰਾ ਕੁਝ ਜਿਹੜਾ ਸਿਸਟਮ ਹੈ ਉਹ ਲੋਕਾਂ ਵੱਲੋਂ ਹੀ ਕੀਤਾ ਜਾਂਦਾ, ਕੀ ਅਸਲੀਅਤ ਕੀ ਹੈਗੀ ਆ? ਦੇਖੋ ਅਸਲੀਅਤ ਇਹੀ ਆ ਵੀ ਜਿਹੜੀ ਗਰਾਊਂਡ ਰਿਐਲਿਟੀ ਆ, ਮੈਂ ਪਹਿਲਾਂ ਕਹਿ ਚੁੱਕਾ ਵੀ ਬਿਲਕੁਲ ਸਰਕਾਰ ਉਹਨੂੰ ਸਮਝ ਨਹੀਂ ਰਹੀ, ਜੋ ਸਮੱਸਿਆਵਾਂ ਉਹ ਨਹੀਂ ਸਮਝ ਰਹੀ। ਤੁਸੀਂ ਕਹਿ ਦਿੱਤਾ ਵੀ ਇੰਟਰਲੋਕ ਲਾਤੀ ਜਾਂ ਵਧੀਆ ਸਕੂਲ ਬਣਾਤੇ, ਸਮਾਰਟ ਸਕੂਲ ਬਣਾਤੇ, ਉਹ ਵੀ NRI ਸੱਜਣ ਜਾਂ ਪੰਚਾਇਤ ਵੱਲੋਂ ਜਾਂ ਪਿੰਡ ਦੇ ਦਾਨੀ ਸੱਜਣਾ ਵੱਲੋਂ ਹੋਇਆ ਹੁੰਦਾ। ਬਿਲਕੁਲ ਉਹ ਅਧਿਆਪਕਾਂ ਤੇ ਪਹਿਲਾਂ ਦਬਾਅ ਪਾਇਆ ਜਾਂਦਾ ਵੀ ਆਪਣਾ ਸਕੂਲ ਜਿਹੜਾ ਸਮਾਰਟ ਬਣਾਉਣਾ, ਜਿੱਦਾਂ ਮਰਜ਼ੀ ਬਣਾਓ, ਗ੍ਰਾਂਟ ਕੋਈ ਨਹੀਂ ਮਿਲਣੀ। NRI ਕੋਲ ਚੱਲ ਜਾਓ, ਪਿੰਡ ਦੀ ਪੰਚਾਇਤ ਕੋਲ ਚੱਲ ਜਾਓ, ਪਤਵੰਤੇ ਸੱਜਣਾ ਕੋਲ ਚੱਲ ਜਾਓ, ਉਹਨਾਂ ਤੋਂ ਜਿੱਦਾਂ ਮਰਜ਼ੀ ਪੈਸਾ ਲੈ ਕੇ ਉਹ ਆਪਣੇ ਸਕੂਲ ਨੂੰ ਵਧੀਆ ਬਣਾਓ, ਉੱਤੇ ਵਧੀਆ ਜਾਂ ਸਮਾਰਟ ਸਕੂਲ ਲਿਖਿਆ ਹੋਵੇ, ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਅਸੀਂ ਸਮਾਰਟ ਸਕੂਲ ਬਣਾਤੇ। ਮੈਂ ਪਹਿਲਾਂ ਵੀ ਇਹ ਬਾਰ-ਬਾਰ ਗੱਲ ਕਹੀ ਵੀ ਦਿੱਲੀ ਦਾ ਮਾਡਲ ਇੱਥੇ ਪ੍ਰਚਾਰਿਆ ਗਿਆ, ਦਿੱਲੀ ਲੋਕ ਦੇਖਣ ਨਹੀਂ ਗਏ, ਉਹਨੂੰ ਇੱਥੇ ਪ੍ਰਚਾਰ ਕੇ ਵੋਟਾਂ ਲਈਆਂ ਗਈਆਂ। ਇਹ ਕੋਸ਼ਿਸ਼ ਕੀਤੀ ਆ ਵੀ ਇੱਥੇ ਵਾਲਾ ਮਾਡਲ ਜਿਹੜਾ ਹਿਮਾਚਲ ਵਿੱਚ ਜਾ ਕੇ ਪ੍ਰਚਾਰਿਆ ਜਾਵੇ। ਦੇਖੋ ਅਸੀਂ ਬਦਲਾ ਲਿਆਂਦਾ, ਪਰ ਹਿਮਾਚਲ ਵਾਲੇ ਲੋਕ ਜਿਹੜੇ ਸੀ ਉਹ ਸਮਝਦਾਰ ਨਿਕਲੇ, ਉਹ ਇਦਾਂ ਦੇ ਭੁਲੇਖੇ ਵਿੱਚ ਨਹੀਂ, ਭੁਲੇਖੇ ਦਾ ਸ਼ਿਕਾਰ ਨਹੀਂ ਹੋਏ। ਉਹਨਾਂ ਨੇ ਆਪਣਾ ਫਤਵਾ ਆਪਣੇ ਅਨੁਸਾਰ ਜਿਹੜਾ ਆ ਉਹ ਦਿੱਤਾ ਆ। ਇੱਕ ਪ੍ਰਚਾਰ ਦੀ ਗੱਲ ਆ, ਉਹ ਪੰਜਾਬੀ ਦੀ ਕਹਾਵਤ ਆ, ਪ੍ਰਚਾਰ ਹੈ ਤਾਂ ਵਪਾਰ ਹੈ ਵਰਨਾ ਸਭ ਬੇਕਾਰ ਹੈ। ਹੁਣ ਪਹਿਲਾਂ ਮੋਦੀ ਸਰਕਾਰ ਜਿਹੜੀ ਸੀ ਉਹ ਬਹੁਤ ਵੱਡੇ ਪੱਧਰ ਤੇ ਜਿਹੜੇ ਚੈਨਲ ਸੀ ਜਾਂ ਅਖਬਾਰਾਂ ਸੀ ਉਹਨਾਂ ਨੂੰ ਮੈਨੇਜ ਕਰਦੀ ਸੀ। ਹੁਣ ਪੰਜਾਬ ਦੇ ਵਿੱਚ ਵੀ ਇਦਾਂ ਦਾ ਰੌਲਾ ਪੈ ਗਿਆ ਵੀ ਕੁਝ ਅਖਬਾਰਾਂ ਜਿਹੜੀਆਂ ਆ ਉਹਨਾਂ ਨੂੰ ਇਸ਼ਤਿਹਾਰ ਨਹੀਂ ਦਿੱਤੇ ਗਏ, ਕੁਝ ਨੂੰ ਦੇ ਦਿੱਤੇ ਗਏ। ਇਹਨੂੰ ਆਪਾਂ ਕਹਿੰਦੇ ਆ ਮੀਡੀਆ ਮੈਨੇਜ। ਤੁਸੀਂ ਦੇਖਦੇ ਆ NDTV ਦਾ ਬਹੁਤ ਵੱਡਾ ਚੈਨਲ ਸੀ ਔਰ ਮੋਦੀ ਜਾਂ ਉਹਨੂੰ ਗੋਦੀ ਮੀਡੀਆ ਬਣਾਉਣ ਦੇ ਵਿੱਚ ਕੋਈ ਭੂਮਿਕਾ ਜਿਹੜੀ ਆ ਬਹੁਤ ਵੱਡੀ ਸੀ, ਉਹਨੂੰ ਛੱਡਿਆ ਨਹੀਂ ਗਿਆ, ਉਹਨੂੰ ਮੰਨ ਲਓ ਗੋਦੀ ਮੀਡੀਆ ਬਣਾ ਕੇ ਰੱਖਿਆ ਆ। ਇਸੇ ਤਰ੍ਹਾਂ ਪੰਜਾਬ ਦੀ ਸਰਕਾਰ ਵੀ ਉਸੇ ਰੌਸ਼ਨ ਦੀ ਵਿੱਚ ਹੀ ਚੱਲ ਰਹੀ ਆ ਕਿ ਜਿਹੜਾ ਪੰਜਾਬ ਦਾ ਮੀਡੀਆ ਆ ਉਹਨੂੰ ਕਿਵੇਂ ਗੋਦੀ ਮੀਡੀਆ ਬਣਾਉਣਾ ਆ, ਕਿਵੇਂ ਅਖਬਾਰਾਂ ਨੂੰ ਚੈਨਲਾਂ ਨੂੰ ਐਡ ਦੇ ਕੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣਾ ਆ। ਜੋ ਮਰਜ਼ੀ ਪਰੋਸ ਦਿਓ, ਲੋਕ ਇਦਾਂ ਸਮਝਣ ਵੀ ਬਹੁਤ ਵਧੀਆ ਕੰਮ ਹੋ ਰਿਹਾ, ਸਕੂਲ ਬਹੁਤ ਵਧੀਆ ਬਣ ਗਏ ਆ, ਮੈਗਾ PTM ਹੋ ਗਈ ਆ, ਲੈ ਵੀ ਬੱਲੇ ਬੱਲੇ ਹੋ ਗਈ ਆ, ਰਿਜ਼ਲਟ 100% ਆ ਜਾਣਾ। ਜਿਹੜੇ 100% ਦੀ ਤੁਸੀਂ ਗੱਲ ਕੀਤੀ, ਅਸਲ ਦੇ ਵਿੱਚ ਅਧਿਆਪਕ ਜਿਹੜੇ ਆ, ਮੰਨ ਲਓ ਪਹਿਲੀ ਤੋਂ ਲੈ ਕੇ 7ਵੀਂ ਤੱਕ ਕਲਾਸਾਂ ਨੇ, ਅਧਿਆਪਕ ਇੱਕ ਹੈ, ਉਹ ਕਿਵੇਂ ਪੜ੍ਹਾਏਗਾ? ਉਹਦੇ ਤੇ ਹੋਰ ਵੀ ਬਹੁਤ ਸਾਰੇ ਦਬਾਅ ਹੋਣਗੇ, ਕਿਵੇਂ ਪੀੜਤ ਹੈ ਅੱਜ ਅਧਿਆਪਕ? ਦੇਖੋ ਅਧਿਆਪਕ ਜਿਹੜਾ ਆ, ਕਈ ਵਾਰੀ ਇੱਕ ਦਿਨ ਇੱਕ ਕਹਾਣੀ ਕਿਸੇ ਮੇਰੇ ਮਿੱਤਰ ਨੇ ਲਿਖੀ ਵੀ ਅਧਿਆਪਕ ਸ਼ਕਤੀਮਾਨ ਹੋ ਗਿਆ। ਸ਼ਕਤੀਮਾਨ ਤੋਂ ਭਾਵ ਆ ਉਹ ਗੈਸ ਦਾ ਸਿਲੰਡਰ ਵੀ ਆਪੇ ਭਰਾ ਕੇ ਲਿਆ ਰਿਹਾ ਆ, ਉਹ ਮਿਡ ਡੇ ਮੀਲ ਦਾ ਖਾਣਾ ਵੀ ਆਪੇ ਬਣਵਾ ਰਿਹਾ ਆ, ਉਹ ਕਿਤਾਬਾਂ ਲੈਣ ਵੀ ਜਾ ਰਿਹਾ ਆ, ਉਹ ਡਾਕ ਦਾ ਕੰਮ ਵੀ ਕਰ ਰਿਹਾ ਆ, ਉਹ ਵੋਟਾਂ ਵੀ ਬਣਾ ਰਿਹਾ ਆ, ਉਹ ਹੋਰ ਆਰਥਿਕ ਸਰਵੇ ਵੀ ਕਰ ਰਿਹਾ ਆ। ਅਧਿਆਪਕ ਇੱਕ ਆ ਜਾਂ ਦੋ ਆ ਸਕੂਲਾਂ ਦੇ ਵਿੱਚ, ਉਹਨਾਂ ਨੂੰ ਪੜ੍ਹਾਉਣ ਤੋਂ ਇਲਾਵਾ ਜਿਹੜੇ ਗੈਰ ਵਿਦਿਅਕ ਕੰਮ ਜਿਹੜੇ ਉਹ ਜ਼ਿਆਦਾ ਦਿੱਤੇ ਜਾ ਰਹੇ ਆ। ਜਦ ਕਿ ਜਦੋਂ ਰਿਜ਼ਲਟ ਆਉਣਾ ਆ ਉਹਦੀ ਤੁਲਨਾ ਜਿਹੜੀ ਆ ਜਿਹੜੇ ਨਾਲ ਲੱਗਦੇ ਪ੍ਰਾਈਵੇਟ ਵੱਡੇ ਵੱਡੇ ਸਕੂਲ ਆ ਉਹਨਾਂ ਨਾਲ ਕੀਤੀ ਜਾ ਰਹੀ ਆ। ਅਸੀਂ ਕਹਿਣਾ ਚਾਹੁੰਦੇ ਵੀ ਜੇ ਇਹ ਹੋ ਜਾਵੇ ਵੀ ਜਿਹੜੇ ਗੈਰ ਵਿਦਿਅਕ ਕੰਮ ਅਧਿਆਪਕ ਦੇ ਉਹ ਬਿਲਕੁਲ ਖਤਮ ਹੋ ਜਾਣ। ਪ੍ਰਾਇਮਰੀ ਤੱਕ 5 ਜਮਾਤਾਂ ਨੂੰ 5 ਅਧਿਆਪਕ ਘੱਟੋ ਘੱਟ ਮਿਲਣੇ ਚਾਹੀਦੇ ਆ, ਹਰ ਜਮਾਤ ਨੂੰ ਇੱਕ ਅਧਿਆਪਕ ਮਿਲੇ। ਹੁਣ ਤਾਂ LKG UKG ਕਲਾਸਾਂ ਜਿਹੜੀਆਂ ਸ਼ੁਰੂ ਕਰ ਲਈਆਂ ਉਹਨਾਂ ਲਈ ਵੱਖਰੇ ਅਧਿਆਪਕ ਹੋਣੇ ਚਾਹੀਦੇ ਆ। ਉਹ ਗ੍ਰਾਸ ਰੂਟ ਆ। ਜੇ ਅਸੀਂ ਆਪਣੇ ਸੱਚਮੁੱਚ ਹੀ ਅਸੀਂ ਵਧੀਆ ਐਜੂਕੇਸ਼ਨ ਢਾਂਚਾ ਬਣਾਉਣਾ ਆ ਤਾਂ ਗੈਰ ਵਿਦਿਅਕ ਕੰਮ ਜਿਹੜੇ ਬੰਦ ਹੋਣੇ ਚਾਹੀਦੇ ਆ। ਹੇਠਲੇ ਲੈਵਲ ਤੇ ਪ੍ਰਾਇਮਰੀ ਪੱਧਰ ਤੋਂ ਨਰਸਰੀ ਤੋਂ ਲੈ ਕੇ ਜਿਹੜੇ ਅਧਿਆਪਕ ਹਰ ਜਮਾਤ ਨੂੰ ਇੱਕ ਹੋਣਾ ਚਾਹੀਦਾ। ਔਰ ਮਿਡਲ ਸਕੂਲ ਜਿਹੜੇ ਆ ਜਾਂ ਸੈਕੰਡਰੀ ਸਕੂਲ ਆ ਉੱਥੇ ਵਿਸ਼ੇ ਵਾਈਜ਼ ਅਧਿਆਪਕ ਜਿਹੜਾ ਹੋਣਾ ਚਾਹੀਦਾ। ਮਿਡਲ ਸਕੂਲਾਂ ਦਾ ਤੁਹਾਨੂੰ ਹਾਲ ਦੱਸਦੀ, ਜਿੱਥੇ 6 ਪੋਸਟਾਂ ਆ ਉਹਦੇ ਵਿੱਚੋਂ 3 ਵੈਸੇ ਚੱਕ ਲਈਆਂ, 3 ਅਧਿਆਪਕ ਹੋਣਗੇ, 3 ਅਧਿਆਪਕਾਂ ਵਿੱਚੋਂ ਵੀ ਕਿਤੇ ਇੱਕ ਅਧਿਆਪਕ ਕੰਮ ਕਰਦਾ, ਕਿਤੇ 2 ਕਰਦੇ, ਕਿਤੇ 3 ਕਰਦੇ ਆ। ਮਤਲਬ ਇਹ ਸਾਰਾ ਕੁਝ ਢਾਂਚਾ ਉਹ ਗਵਲੀ ਕੜੀ ਜਿਹੜੀ ਆ ਉਹਨੂੰ ਵੀ ਖਤਮ ਕੀਤਾ ਜਾ ਰਿਹਾ। ਇਸ ਕਰਕੇ ਸੁਧਾਰ ਜਿਹੜੇ ਆ ਹਾਲੇ ਨਹੀਂ ਹੋਣੇ। ਮੈਂ ਪਹਿਲਾਂ ਵੀ ਗੱਲ ਕੀਤੀ ਆ, ਜਿੰਨਾ ਚਿਰ ਅਸੀਂ ਜ਼ਮੀਨੀ ਪੱਧਰ ਤੇ ਹਕੀਕਤਾਂ ਸਿੱਖਿਆ ਦੀਆਂ ਜਿਹੜੀਆਂ ਆ ਉਹਨੂੰ ਵਾਚਦੇ ਨਹੀਂ, ਉਹਨਾਂ ਚਿਰ ਇਹਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਦਾ। ਇਸ ਵੇਲੇ ਜਿਵੇਂ ਤੁਸੀਂ ਪੂਰੇ ਪੰਜਾਬ ਨੂੰ ਦੇਖਦੇ ਹੋ, ਇਸ ਵੇਲੇ ਪੂਰੇ ਪੰਜਾਬ ਭਰ ਦੇ ਵਿੱਚ ਟੀਚਰਲੈਸ ਸਕੂਲ ਕਿੰਨੇ ਨੇ? ਦੇਖੋ ਮੈਂ ਪਹਿਲਾਂ ਅਸੀਂ ਕਿਹਾ ਸੀ, ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਘੱਟੋ ਘੱਟ 2200 ਸਕੂਲ ਸੀਗੇ, ਉਹਦੇ ਵਿੱਚੋਂ ਹੁਣ ਨਵੀਂ ਥੋੜੀ ਜਿਹੀ ਭਰਤੀ ਹੋਈ ਆ ਵੀ ਕੁੱਲ ਆਪਾਂ ਕਹਿ ਦਈਏ ਵੀ 2 ਤੋਂ 300 ਸਕੂਲ, 300 ਦੀ ਗਿਣਤੀ ਦੇ ਵਿੱਚ ਸਕੂਲ ਜਿਹੜਾ ਬਿਲ ਹਾਲੇ ਵੀ ਟੀਚਰਲੈਸ ਸਕੂਲ ਆ। ਉਹ ਆਂਕੜੇ ਵਿਭਾਗ ਦੇ ਬੋਲਦੇ ਆ ਇਹ ਗੱਲ। 2-300 ਜਾਂ 2000?
ਨਹੀਂ 2-300 ਇਸ ਵੇਲੇ ਤੱਕ ਜੀ। ਉਹ ਪਹਿਲਾਂ 2200 ਸਕੂਲ ਸੀ, ਉਹਦੇ ਵਿੱਚ ਇੱਕ ਜਿਹੜੇ ਅਧਿਆਪਕ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਐਡਜਸਟ ਕਰ ਦਿੱਤਾ ਵੀ ਟੀਚਰਲੈਸ ਨਾਲ। ਇਦਾਂ ਵੀ ਲਾਏ ਹੋਣਗੇ ਵੀ ਇੱਕ ਅਧਿਆਪਕ ਆ, ਚਲੋ 2 ਸਕੂਲਾਂ ਦਾ ਬੁੱਤਾ ਲਾਈ ਚੱਲ। ਹਾਂਜੀ ਹਾਂਜੀ, ਜਿਹਨੂੰ ਡੈਪੂਟੇਸ਼ਨ ਤੇ ਕਹਿ ਦਿੰਦੇ ਆ। ਹਾਂ, ਡੈਪੂਟੇਸ਼ਨ ਦੀਆਂ ਰੌਲਾ ਤਾਂ ਹਾਲੇ ਤੱਕ ਵੀ ਵਧਿਆ ਹੋਇਆ ਆ। ਉਹ ਸੈਂਟਰ ਅਧਿਆਪਕ ਜਿਹੜੀ ਉਹਦੀ ਜ਼ਿੰਮੇਵਾਰੀ ਹੁੰਦੀ ਆ, ਲੈ ਵੀ ਇਸ ਸਕੂਲ ਦੇ ਵਿੱਚ ਅਧਿਆਪਕ ਹੈ ਨਹੀਂ, ਇੱਕ ਹਫ਼ਤਾ ਤੂੰ ਇਸ ਸਕੂਲ 'ਚ ਹੋਰ ਅਧਿਆਪਕ ਭੇਜ ਦੇ, ਦੂਜੇ ਹਫ਼ਤੇ ਦੂਸਰੇ ਅਧਿਆਪਕ ਦੀ ਡਿਊਟੀ ਆ। ਪੱਕਾ ਅਧਿਆਪਕ ਨਹੀਂ ਉੱਥੇ ਦੇਣਾ, ਸਿਰਫ ਕੰਮ ਚਲਾਉਣ ਦੇ ਲਈ ਉਹ ਮੰਨ ਲਓ ਲਗਾਇਆ ਜਾਂਦਾ ਵੀ ਡੈਪੂਟੇਸ਼ਨ ਤੇ ਲਗਾ ਦੇ। ਉਹ ਡੈਪੂਟੇਸ਼ਨ ਵਾਲੇ ਅਧਿਆਪਕ ਦੀ ਦੋਨੀ ਪਾਸੇ ਹਾਜ਼ਰੀ ਹੈ, ਜੇ ਦੇਖਿਆ ਜਾਵੇ ਤਾਂ ਉਹ ਵੀ ਟੀਚਰਲੈਸ ਨਹੀਂ ਆ, ਉਹ ਸਕੂਲ ਉਹ ਵੀ ਟੀਚਰਲੈਸ ਨਹੀਂ ਹੈ। ਦੇਖੋ ਜਿੱਥੋਂ ਅਧਿਆਪਕ ਚੱਕ ਲਿਆ, ਜਿੱਥੇ ਡੈਪੂਟੇਸ਼ਨ ਤੇ ਲੱਗ ਗਿਆ, ਉੱਥੇ ਉਹਦਾ ਮਨ ਨਹੀਂ ਲੱਗਣ ਪੜਾਉਣ ਦਾ ਵੀ ਮੈਂ ਇੱਕ ਹਫ਼ਤੇ ਵਾਸਤੇ ਆਇਆ। ਜਿੱਥੇ ਉਹ ਪਿੱਛੋਂ ਚੱਕਿਆ ਅਧਿਆਪਕ ਹੈ, ਜਿਹੜੇ ਸਕੂਲ ਵਿੱਚੋਂ ਉਹਦੀ ਪੜ੍ਹਾਈ ਉੱਥੋਂ ਵੀ ਖਰਾਬ ਹੋ ਗਈ, ਨਾ ਉਹ ਉਧਰ ਜੋਗਾ ਨਾ ਉਧਰ ਜੋਗਾ। ਇਸ ਕਰਕੇ ਉਹ ਦੋਹਾਂ ਘਰਾਂ ਦੇ ਵਿੱਚ ਜਿਹੜਾ ਆ ਨਾ ਉਧਰ ਵਧੀਆ ਤਰੀਕੇ ਨਾਲ ਪੜ੍ਹਾ ਸਕੂਗਾ ਨਾ ਇੱਧਰ ਪੜ੍ਹਾ ਸਕੂਗਾ। ਇਹਦਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਹੈ। ਜਿਵੇਂ ਹਰੇਕ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪਾਲਿਸੀ ਤੇ ਭਰਤੀ ਕੀਤੀ ਜਾਂਦੀ ਹੈ, ਉਹ ਖਾਸ ਕਰਕੇ ਜਦੋਂ ਚਾਹੇ ਪਟਿਆਲੇ ਜਾਣਾ ਹੋਵੇ ਜਾਂ ਸੰਗਰੂਰ ਜਾਣਾ ਹੋਵੇ, ਖਾਸ ਕਰਕੇ ਅਧਿਆਪਕਾਂ ਜਦੋਂ ਉਹ ਹੱਕ ਮੰਗਦੇ ਜਾਂ ਜੌਬ ਮੰਗਦੇ ਤਾਂ ਉਦੋਂ ਡਾਂਗ ਡੂੰਗੀ ਵੀ ਭਰਾਉਣੀ ਹੁੰਦੀ ਆ। ਤੇ ਖਾਸ ਕਰਕੇ ਪੁਲਿਸ ਦੀ ਐਤਕੀ ਵੀ ਇਸ ਸਰਕਾਰ ਨੇ ਕਿਹਾ ਕਿ ਹਰ ਸਾਲ ਭਰਤੀ ਹੋਏਗੀ, ਅਧਿਆਪਕਾਂ ਦੀ ਹਰ ਸਾਲ ਭਰਤੀ ਦੀ ਗੱਲ ਨਹੀਂ ਕੀਤੀ ਜਾਂਦੀ। ਦੇਖੋ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਅਧਿਆਪਕਾਂ ਦੀਆਂ ਜਿੰਨੀਆਂ ਖਾਲੀ ਅਸਾਮੀਆਂ ਆ, ਜਿੱਦਾਂ ਜਿੱਦਾਂ ਅਧਿਆਪਕ ਰਿਟਾਇਰ ਹੁੰਦੇ ਆ ਮਹੀਨੇ ਬਾਅਦ, ਉਹਦੇ ਅਨੁਸਾਰ ਜਿਹੜੀ ਪਿਛਲਾ ਬੈਗ ਲੱਗ ਪਿਆ ਹੋਵੇ ਉਸੇ ਦੂਸਰੇ ਦਿਨ ਜਿਹੜਾ ਅਧਿਆਪਕ ਉਸੇ ਸਕੂਲ ਵਿੱਚ ਆ ਜਾਣਾ ਚਾਹੀਦਾ। ਪਾਲਿਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਹੁਣ ਮੰਨ ਲਓ ਜਦੋਂ ਭਰਤੀ ਹੁੰਦੀ ਆ, ਇਹ ਕ੍ਰਾਈਟੇਰੀਆ ਇਸ ਤਰ੍ਹਾਂ ਦਾ ਬਣਾ ਲਿਆ ਜਾਂਦਾ, ਉਹ ਕਈ ਵਾਰੀ ਕੋਰਟਾਂ ਦੇ ਵਿੱਚ ਚੈਲੰਜ ਹੋ ਜਾਂਦਾ, 4-4 ਸਾਲ 5-5 ਸਾਲ ਜਿਹੜੇ ਕੋਰਟਾਂ ਵਿੱਚ ਕੇਸ ਲੱਗੇ ਰਹਿੰਦੇ ਆ, ਔਰ ਸਰਕਾਰ ਬਚ ਜਾਂਦੀ ਹੈ। ਉਹ ਲੋਕਾਂ ਨੂੰ ਕਹਿੰਦੇ ਦੇਖੋ ਜੀ ਅਸੀਂ ਤਾਂ ਭਰਤੀ ਕਰਨਾ ਚਾਹੁੰਦੇ ਹਾਂ, ਕੋਰਟ ਦੇ ਵਿੱਚ ਕੇਸ ਹੋ ਗਿਆ, ਅਸੀਂ ਦੱਸੋ ਕੀ ਕਰੀਏ। ਮਤਲਬ ਸਰਕਾਰ ਬਚ ਰਹੀ ਆ। ਕ੍ਰਾਈਟੇਰੀਆ ਦੇ ਵਿੱਚ ਖਰਾਬੀ ਆ। ਜੇ ਤੁਸੀਂ ਕ੍ਰਾਈਟੇਰੀਆ ਵਧੀਆ ਬਣਾ ਲਿਆ, ਜੇ ਸੱਚਮੁੱਚ ਹੀ ਤੁਸੀਂ ਦਿਲੀ ਤੌਰ ਤੇ ਚਾਹੁੰਦੇ ਆ, ਇੱਛਾ ਸ਼ਕਤੀ ਆ ਤੁਹਾਡੇ ਵਿੱਚ ਸਰਕਾਰ ਵਿੱਚ, ਜੇ ਸੱਚਮੁੱਚ ਸਿੱਖਿਆ ਦਾ ਸੁਧਾਰ ਕਰਨਾ ਚਾਹੁੰਦੇ ਆ, ਫਿਰ ਉਹ ਵਧੀਆ ਢਾਂਚਾ ਬਣਾ ਸਕਦੇ ਆ। ਪਰ ਸਿੱਖਿਆ ਸਰਕਾਰ ਦੇ ਏਜੰਡੇ ਤੇ ਨਹੀਂ ਹੈ। ਸਿੱਖਿਆ ਸਰਕਾਰ ਦੇ ਏਜੰਡੇ ਤੇ ਨਹੀਂ ਹੈ। ਉਹ ਸਿਰਫ ਸਿੱਖਿਆ ਦੇ ਵਿੱਚ ਫਰਜ਼ੀਵਾੜਾ ਲੋਕਾਂ ਨੂੰ ਦਿਖਾ ਕੇ ਉਹਨੂੰ ਵਰਤਣਾ ਚਾਹੁੰਦੇ ਆ। ਮਾਸਟਰ ਜੀ, ਹਰੇਕ ਜਦੋਂ ਮਾਰਚ ਆਉਂਦਾ ਆ, ਮਾਰਚ ਤੋਂ ਲਗਭਗ 15 ਕੁ ਦਿਨ ਪਹਿਲਾਂ ਤੁਸੀਂ ਪਿੰਡਾਂ ਦੇ ਵਿੱਚ ਰੈਲੀਆਂ ਕੱਢਦੇ ਆ ਜਾਂ ਪ੍ਰਚਾਰ ਕਰਦੇ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪਾਓ। ਤੁਹਾਡੇ ਆਪਣੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਜਾਂ ਕਨਵੈਂਟ ਸਕੂਲਾਂ ਜਾਂ ਵਿਦੇਸ਼ਾਂ ਦੇ ਵਿੱਚ ਪੜ੍ਹਦੇ ਹੁੰਦੇ ਆ? ਦੇਖੋ ਸਰਕਾਰ ਚਾਹੁੰਦੀ ਆ ਵੀ ਸਕੂਲਾਂ ਦਾ ਦਾਖਲਾ ਵਧੇ। ਅਸੀਂ ਵੀ ਇਹ ਚਾਹੁੰਦੇ ਹਾਂ ਸਕੂਲਾਂ ਦਾ ਦਾਖਲਾ ਵਧੇ, ਕਿਉਂਕਿ ਸਕੂਲ ਤਾਂ ਬਚਣਗੇ ਜੇ ਬੱਚੇ ਹੋਣਗੇ। ਬੱਚੇ ਹੋਣਗੇ ਤਾਂ ਅਧਿਆਪਕ ਹੋਣਗੇ। ਇਸ ਕਰਕੇ ਵਧੀਆ ਗੱਲ ਆ। ਮੈਂ ਆਪਣੀ ਉਦਾਹਰਨ ਦਿੰਦਾ, ਮੇਰਾ ਬੱਚਾ ਜਿਹੜਾ ਹੈ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲੋਰ ਦੇ ਵਿੱਚ +2 ਦੇ ਨੌਨ ਮੈਡੀਕਲ ਵਿੱਚ ਪੜ੍ਹਦਾ ਆ। ਕਿਉਂਕਿ ਸਰਕਾਰੀ ਸਕੂਲਾਂ ਦੀ ਪੜ੍ਹਾਈ ਬਹੁਤ ਵਧੀਆ ਆ, ਪਰ ਸਕੂਲ ਦੇ ਅਧਿਆਪਕਾਂ ਨੂੰ ਪੜ੍ਹਾਉਣ ਨਹੀਂ ਦਿੱਤਾ ਜਾਂਦਾ। ਦਰਅਸਲ 'ਚ ਅਸੀਂ ਇਹ ਚਾਹੁੰਦੇ ਹਾਂ, ਇਹ ਤੋਂ ਵੀ ਅੱਗੇ ਜਾਂਦੇ ਹਾਂ ਕਿ ਮਾਨਯੋਗ ਇਲਾਹਾਬਾਦ ਹਾਈ ਕੋਰਟ ਦਾ ਇੱਕ ਫੈਸਲਾ 2015 ਦੇ ਵਿੱਚ ਆਇਆ ਕਿ ਸਾਰੇ ਮੁਲਾਜ਼ਮਾਂ ਦੇ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ। ਫੈਸਲਾ ਬਹੁਤ ਵਧੀਆ ਸੀ, ਪਰ ਸਰਕਾਰਾਂ ਨੇ ਉਹਨੂੰ ਲਾਗੂ ਨਹੀਂ ਕੀਤਾ। ਅਸੀਂ ਇੱਥੇ ਹੀ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ। ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ, ਪੰਜਾਬ ਦੀ ਸਰਕਾਰ ਕੈਬਨਿਟ ਵਿੱਚ ਬਿੱਲ ਲੈ ਕੇ ਆਵੇ ਵੀ ਜਿੰਨੇ ਵੀ ਖਜ਼ਾਨੇ ਵਿੱਚੋਂ ਕੋਈ ਵੀ ਲੋਕ ਜਿਹੜੇ ਆ ਉਹ ਮਦਦ ਲੈਂਦੇ ਆ, ਲਾਭ ਲੈਂਦੇ ਆ, ਉਹਨਾਂ ਸਾਰਿਆਂ ਦੇ ਬੱਚੇ ਹੀ ਸਰਕਾਰੀ ਸਕੂਲਾਂ 'ਚ ਪੜ੍ਹਨ। ਇਕੱਲੇ ਅਧਿਆਪਕਾਂ ਦੇ ਕਿਉਂ ਪੜ੍ਹਨ? ਡੀਸੀ ਦਾ ਬੱਚਾ ਵੀ ਉੱਥੇ ਪੜ੍ਹੇ, ਮੰਨ ਲਓ ਉਹਦੇ ਕੰਮ ਕਰਦਾ ਜਿਹੜਾ ਪੀਐਨ ਉਹਦਾ ਬੱਚਾ ਵੀ ਉੱਥੇ ਪੜ੍ਹੇ, ਮੰਤਰੀਆਂ ਦੇ ਬੱਚੇ ਵੀ ਉੱਥੇ ਪੜ੍ਹਨ, ਵਿਧਾਇਕਾਂ ਦੇ ਬੱਚੇ ਵੀ ਉੱਥੇ ਪੜ੍ਹਨ, ਸਾਰਿਆਂ ਦੇ ਬੱਚੇ ਉੱਥੇ ਪੜ੍ਹਨੇ ਚਾਹੀਦੇ ਆ। ਇਹਨੂੰ ਕਹਿੰਦੇ ਆ ਕਾਮਨ ਸਕੂਲ ਸਿਸਟਮ। ਜੇ ਤਾਂ ਸਰਕਾਰ ਇਹਦੇ ਵੱਲ ਨੂੰ ਵੱਧਦੀ ਆ, ਫੇਰ ਤਾਂ ਬਚਾਅ ਹੋ ਸਕਦਾ ਸਿੱਖਿਆ ਦੇ ਢਾਂਚੇ ਦਾ। ਜੇ ਉਹ ਚਾਹੁੰਦੇ ਵੀ ਇਕੱਲੇ ਮੁਲਾਜ਼ਮਾਂ ਦੇ ਹੀ ਪੜ੍ਹਨ, ਇਕੱਲੇ ਅਧਿਆਪਕਾਂ ਦੇ ਹੀ ਪੜ੍ਹਨ, ਮੈਂ ਤਾਂ ਇਹ ਕਹੂੰਗਾ ਅਧਿਆਪਕਾਂ ਦੇ ਹੀ ਕਿਉਂ ਪੜ੍ਹਨ, ਸਾਰਿਆਂ ਦੇ ਬੱਚੇ ਪੜ੍ਹਨ। ਜਿਹੜੇ ਖਜ਼ਾਨੇ ਵਿੱਚੋਂ 1 ਰੁਪਈਆ ਵੀ ਫਾਇਦਾ ਲੈਂਦੇ ਉਹ ਸਾਰਿਆਂ ਦੇ, ਤਾਂ ਇਹ ਸਿੱਖਿਆ ਦਾ ਸੁਧਾਰ ਹੋ ਸਕਦਾ। ਅਸਲ ਜੜ ਇੱਥੇ ਖੜੀ ਆ, ਅਸਲ ਜੜ ਇਹੀ ਆ ਅਸਲ ਦੇ ਵਿੱਚ। ਤੇ ਆਖਰ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਜਿਹਦੇ ਨਾਲ ਐਜੂਕੇਸ਼ਨ ਸਿਸਟਮ ਵੀ ਠੀਕ ਹੋ ਜਾਏ, ਅਧਿਆਪਕਾਂ ਦਾ ਪ੍ਰੈਸ਼ਰ ਵੀ ਘਟ ਜਾਵੇ ਤੇ ਲੋਕ, ਦੇਸ਼ ਦੇ ਹਰ ਨਾਗਰਿਕ ਜਿਹੜਾ ਚੰਗੀ ਵਿੱਦਿਆ ਲੈ ਸਕੇ? ਦੇਖੋ ਅਸਲ ਦੇ ਵਿੱਚ ਗਵਰਨਮੈਂਟ ਟੀਚਰ ਯੂਨੀਅਨ ਦਾ ਪਹਿਲਾਂ ਤੋਂ ਮਤ ਇਹੀ ਆ ਵੀ ਕਾਮਨ ਸਕੂਲ ਸਿਸਟਮ ਹੋਣਾ ਚਾਹੀਦਾ। ਮੈਂ ਪਹਿਲਾਂ ਵੀ ਕਹਿ ਦਿੱਤਾ ਵੀ ਸਾਰਿਆਂ ਲਈ ਇੱਕੋ ਜਿਹੇ ਸਕੂਲ ਹੋਣ, ਪ੍ਰਾਈਵੇਟ ਸਕੂਲ ਹੋਣੇ ਨਹੀਂ ਚਾਹੀਦੇ। ਸਰਕਾਰ ਜ਼ਿੰਮੇਵਾਰੀ ਲਵੇ ਵੀ ਸਿੱਖਿਆ, ਸਿਹਤ ਤੇ ਰੁਜ਼ਗਾਰ ਸਾਡੀ ਜ਼ਿੰਮੇਵਾਰੀ ਹੈ। ਇੱਕ ਲੋਕਤੰਤਰੀ ਸਰਕਾਰ ਆ, ਉਹਦੇ ਵਿੱਚ 3 ਚੀਜ਼ਾਂ ਸਰਕਾਰ ਦੀ ਡਿਊਟੀ ਹੁੰਦੀਆਂ ਆ: ਸਿਹਤ, ਸਿੱਖਿਆ ਤੇ ਸਮਾਜਿਕ ਸੁਰੱਖਿਆ। ਇਹ 3 ਚੀਜ਼ਾਂ ਆ। ਜੇ ਇਸ 3 ਚੀਜ਼ਾਂ ਤੋਂ ਅਸੀਂ ਭਟਕ ਜਾਂਦੇ ਹਾਂ, ਇਹਦਾ ਮਤਲਬ ਅਸੀਂ ਚੰਗੀ ਸਰਕਾਰ, ਕਲਿਆਣਕਾਰੀ ਰਾਜ ਅਖਵਾਉਣ ਦੇ ਹੱਕ ਵਿੱਚ ਨਹੀਂ ਹੈਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ, ਗਵਰਨਮੈਂਟ ਟੀਚਰ ਯੂਨੀਅਨ ਦਾ ਪਹਿਲਾਂ ਤੋਂ ਮਤ ਆ ਵੀ ਕਾਮਨ ਸਕੂਲ ਸਿਸਟਮ ਜਿਹੜਾ ਉਹ ਹੋਣਾ ਚਾਹੀਦਾ ਆ। ਸਾਰੇ ਲੋਕਾਂ ਦੇ ਬੱਚੇ ਉੱਥੇ ਪੜ੍ਹਨ, ਪ੍ਰਾਈਵੇਟ ਸਕੂਲ ਹੋਣੇ ਨਹੀਂ ਚਾਹੀਦੇ। ਜੇ ਅਸਲ ਤੌਰ ਤੇ ਸਰਕਾਰ ਦੀ ਮਨਸ਼ਾ ਹੈਗੀ ਆ ਸਕੂਲਾਂ ਨੂੰ ਸੁਧਾਰ ਲਈ, ਸਿੱਖਿਆ ਨੂੰ ਸੁਧਾਰ ਲਈ,
ਇਹੀ ਇੱਕ ਤਰੀਕਾ ਆ, ਇਹਦੇ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈਗਾ। ਹੁਣ ਮੈਂ ਗੱਲ ਕਰ ਰਿਹਾ ਸੀ, ਹੁਣ ਨਵੀਂ ਸਿੱਖਿਆ ਨੀਤੀ 2020 ਲੈ ਕੇ ਆ ਰਹੇ ਮੋਦੀ ਸਰਕਾਰ, ਉਹੀ ਸਿੱਖਿਆ ਨੀਤੀ ਜਿਹੜੀ ਆ ਉਹੀ ਪੰਜਾਬ ਦੇ ਵਿੱਚ ਲਾਗੂ ਕੀਤੀ ਜਾ ਰਹੀ ਆ। ਉਹਨਾਂ ਨੇ ਕਹਿਤਾ 2024 ਦੇ ਵਿੱਚ ਨਵੀਂ ਸਿੱਖਿਆ ਨੀਤੀ ਜਿਹੜੀ ਲਾਗੂ ਕਰਨੀ ਆ। ਤੁਸੀਂ ਇਹ ਦੇਖੋ, ਬਜਟ ਸਿੱਖਿਆ ਦਾ ਘਟਵਾਇਆ ਜਾ ਰਿਹਾ ਆ। ਤੁਸੀਂ ਕਹਿ ਰਹੇ ਆ ਅਸੀਂ ਜਿਹੜੇ ਸਾਰੇ ਲੋਕਾਂ ਨੂੰ ਪੜ੍ਹਾ ਦੇਣਾ, ਸਕੂਲ ਬੰਦ ਹੋ ਰਿਹਾ ਧੜਾ ਧੜ, ਨਵੇਂ ਸਕੂਲ ਖੋਲ੍ਹੇ ਨਹੀਂ ਜਾ ਰਹੇ, ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਦੀ ਤਜਵੀਜ਼ ਕੀਤੀ ਜਾ ਰਹੀ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਹਵਾ 'ਚ ਥੋੜ੍ਹੀ ਖੁੱਲ੍ਹ ਜਾਣੀਆਂ। ਜੇ ਪ੍ਰਾਈਵੇਟ ਯੂਨੀਵਰਸਿਟੀ ਸੈਲਫ ਫਾਈਨਾਂਸ ਕਾਲਜ ਖੋਲ੍ਹਣੇ ਆ, ਸੈਲਫ ਫਾਈਨਾਂਸ ਕਾਲਜ ਤੋਂ ਬਾਅਦ ਜਿਹਦੀ ਜੇਬ 'ਚ ਪੈਸਾ ਹੋਊਗਾ ਉਹ ਪੜ੍ਹ ਲਵੇ, ਜਿਹਦੀ ਜੇਬ 'ਚ ਪੈਸਾ ਨਾ ਹੋਊਗਾ ਉਹ ਨਾ ਪੜ੍ਹੇ। ਸੈਲਫ ਫਾਈਨਾਂਸ ਕਾਲਜ ਜਿਹੜੇ ਆ ਉਹਨਾਂ ਨੂੰ ਸਰਕਾਰ ਜਿਹੜੀ ਪੈਸਾ ਨਹੀਂ ਦੇਊਗੀ, ਸਰਕਾਰ ਏਡ ਨਹੀਂ ਦੇਊਗੀ, ਉਹਨਾਂ ਤੇ ਖਰਚਾ ਨਹੀਂ ਕਰੂਗੀ। ਸੈਲਫ ਫਾਈਨਾਂਸ ਤੋਂ ਬਾਅਦ ਕਾਲਜਾਂ ਨੇ ਆਪਣੇ ਆਪ ਨੂੰ ਚਲਾਉਣਾ ਆ। ਉਹ ਬੱਚਿਆਂ ਦੀ ਜੇਬ, ਜਿਹੜੇ ਵਿਦਿਆਰਥੀ ਉਹਨਾਂ ਦੀ ਜੇਬ 'ਚੋਂ ਪੈਸੇ ਕੱਢਣਗੇ, ਜੇ ਪੈਸੇ ਹੋਣਗੇ ਤਾਂ ਪੜ੍ਹ ਲੈਣਗੇ। ਇਹ ਨਵੀਂ ਸਿੱਖਿਆ ਨੀਤੀ ਲੈ ਕੇ ਆ ਰਹੇ ਆ। ਹੁਣ ਇਹ ਕਹਿ ਰਹੇ ਅਸੀਂ ਬਾਹਰਲੀਆਂ ਯੂਨੀਵਰਸਿਟੀਆਂ ਨੂੰ ਵੀ ਸੱਦਾ ਦੇ ਦਿੱਤਾ। ਮੰਨ ਲਓ NPS ਜਿਹੜੀ ਆ ਪਾਲਿਸੀ ਆ ਰਹੀ ਆ, ਬਾਹਰਲੀਆਂ ਯੂਨੀਵਰਸਿਟੀਆਂ ਇੱਥੇ ਕਿਉਂ ਆਉਣਗੀਆਂ? ਉਹ ਤਾਂ ਮੁਨਾਫੇ ਦੀ ਹੋੜ ਵਿੱਚ ਯੂਨੀਵਰਸਿਟੀਆਂ ਆਉਣਗੀਆਂ, ਇੱਥੇ ਆ ਕੇ ਆਪਣੀਆਂ ਯੂਨੀਵਰਸਿਟੀਆਂ ਖੋਲ੍ਹਣਗੇ। ਉਹਨਾਂ ਨੂੰ ਥਾਂ ਜਿਹੜਾ ਆ ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਦਿੱਤੀਆਂ ਜਾਣਗੀਆਂ ਔਰ ਪੈਸਾ ਉਹ ਕਮਾਈ ਕਰਕੇ ਬਾਹਰ ਲੈ ਕੇ ਜਾਣਗੇ। ਇਸ ਕਰਕੇ ਸਭ ਤੋਂ ਬਿਹਤਰ ਪ੍ਰਬੰਧ ਜੇ ਚਲਾਉਣਾ ਆ ਸਿੱਖਿਆ ਦਾ, ਕਾਮਨ ਸਕੂਲ ਸਿਸਟਮ, ਸਾਂਝੀ ਸਿੱਖਿਆ ਪ੍ਰਣਾਲੀ ਤੋਂ ਬਗੈਰ ਕੋਈ ਉਪਰਾਲਾ ਨਹੀਂ ਹੈ। ਜੇ ਸੱਚਮੁੱਚ ਸਰਕਾਰ ਤਹੀਆ ਕਰ ਲਵੇ ਵੀ ਅਸੀਂ ਸੱਚਮੁੱਚ ਲੋਕਾਂ ਨੂੰ ਵਧੀਆ ਸਿੱਖਿਆ ਦੇਣੀ ਆ, ਤਾਂ ਕਾਮਨ ਸਕੂਲ ਸਿਸਟਮ ਜਿਹੜਾ ਆ ਉਹ ਪ੍ਰਬੰਧ ਕੀਤਾ ਜਾਵੇ। ਬਹੁਤ ਧੰਨਵਾਦ ਜੀ। ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਅੱਜ ਦੀ ਇਸ ਇੰਟਰਵਿਊ ਤੋਂ ਇਹ ਸਿੱਟਾ ਨਿਕਲਦਾ, ਦੇਸ਼ ਦੇ ਲੋਕਾਂ ਨੂੰ ਸਮਝਣ ਦੀ ਅੱਜ ਲੋੜ ਹੈ ਕਿ ਤੁਸੀਂ ਆਪਣੇ ਆਪਣੇ ਜਿਸ ਪਾਰਟੀ ਨੂੰ ਵੀ, ਜਿਸ ਲੀਡਰ ਨੂੰ ਵੀ ਵੋਟਾਂ ਪਾਈਆਂ, ਗੱਲ ਅਲੱਗ ਹੈ, ਪਰ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ, ਤੇ ਤੁਹਾਡੇ ਸਕੂਲਾਂ ਵਿੱਚ, ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਅਧਿਆਪਕ ਜਿਹੜੇ ਬੱਚੇ ਆ ਉਹ ਕਿੱਥੇ ਪੜ੍ਹਦੇ ਆ। ਜਿਵੇਂ ਮਾਸਟਰ ਜੀ ਉਹਨਾਂ ਨੇ ਕਿਹਾ ਕਿ ਦੇਸ਼ ਦਾ ਹਰ ਜਿਹੜਾ ਵੀ ਵਿਅਕਤੀ ਸਰਕਾਰ ਦੇ ਖਜ਼ਾਨੇ 'ਚੋਂ ਲਾਹਾ ਲੈ ਰਿਹਾ, ਤਨਖਾਹ ਲੈ ਰਿਹਾ ਜਾਂ ਪੈਨਸ਼ਨ ਲੈ ਰਿਹਾ ਜਾਂ ਹੋਰ ਲਾਹਾ ਲੈ ਰਿਹਾ, ਚਾਹੇ ਉਹ MLA MP ਲੀਡਰ ਹੈ ਜਾਂ ਉਹ ਸਰਕਾਰੀ ਅਫਸਰ ਹੈ, ਤੇ ਉਹਨਾਂ ਦੇ ਬੱਚੇ ਜ਼ਰੂਰੀ ਹੋਵੇ ਕਿ ਸਰਕਾਰੀ ਸਕੂਲਾਂ 'ਚ ਪੜ੍ਹਨਾ। ਦੇਖੋ ਸਕੂਲਾਂ ਦਾ ਸੁਧਾਰ ਹੁੰਦਾ ਜਦੋਂ ਲੀਡਰ ਨੇ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਛੱਡਣ ਆਉਣਾ ਨਾ ਗੱਡੀ ਦੇ ਵਿੱਚ, ਤੇ ਉੱਥੇ ਪਹਿਲਾਂ ਉਹਨੇ ਦੇਖਣਾ ਕਿ ਸਕੂਲ ਦੇ ਵਿੱਚ ਅਧਿਆਪਕ ਪੂਰੇ ਹੈ ਕਿ ਨਹੀਂ। ਤੇ ਜਦੋਂ DC ਸਾਹਿਬ ਨੇ ਵੀ ਜਦੋਂ ਦੇਖਣ ਆਉਣਾ ਕਿ ਮੈਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ, ਸਰਕਾਰੀ ਸਕੂਲ ਦੇ ਵਿੱਚ ਛੱਡਣ ਆਉਣਾ, ਤੇ ਉੱਥੇ ਦੇਖਣਾ ਕਿ ਉੱਥੋਂ ਦਾ ਸਿਸਟਮ ਠੀਕ ਹੈ ਕਿ ਨਹੀਂ। ਇਹ ਜ਼ਰੂਰੀ ਹੋਣਾ ਚਾਹੀਦਾ। ਦੇਸ਼ ਦੇ ਹਰ ਨਾਗਰਿਕ ਨੂੰ ਇਹ ਮੰਗ ਕਰਨੀ ਚਾਹੀਦੀ ਹੈ। ਬੜੇ ਅੱਜ ਅੰਦੋਲਨ ਵੀ ਕਰਨ ਦੀ ਲੋੜ ਹੈ ਕਿ ਇਹ ਅੱਜ ਜ਼ਰੂਰੀ ਕਿ ਜਿਹੜੀ ਸਿੱਖਿਆ ਉਹ ਬਰਾਬਰ ਹੋਣੀ ਚਾਹੀਦੀ। ਜਿੱਥੇ DC ਦਾ ਬੱਚਾ ਪੜ੍ਹਦਾ ਉੱਥੇ ਹੀ ਉਹਦਾ PN ਦਾ ਬੱਚਾ ਪੜ੍ਹਨਾ ਚਾਹੀਦਾ, ਤੇ ਉੱਥੇ ਤੁਹਾਡਾ ਬੱਚਾ ਪੜ੍ਹਨਾ ਚਾਹੀਦਾ। ਜੇ ਅੱਜ ਜਿੱਥੇ MLA MP ਦਾ ਬੱਚਾ ਪੜ੍ਹਨਾ ਚਾਹੀਦਾ ਉੱਥੇ ਵੋਟਰ ਦਾ ਬੱਚਾ ਪੜ੍ਹਨਾ ਚਾਹੀਦਾ। ਇਹ ਅੱਜ ਸਾਨੂੰ ਸਮਝਣ ਦੀ ਲੋੜ ਹੈ। ਤਦ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਠੀਕ ਹੋਏਗਾ। ਨਹੀਂ ਤੇ ਐਜੂਕੇਸ਼ਨ ਤੁਹਾਡੇ ਕੋਲੋਂ ਖੋ ਹੀ ਗਈ ਹੈ। ਸਕੂਲਾਂ ਦੇ ਵਿੱਚ ਕਿਤੇ ਗੇੜਾ ਮਾਰ ਕੇ ਦੇਖੋ, ਬੱਚਿਆਂ ਤੋਂ ਕੁਝ ਊੜਾ ਐੜਾ ਪੜ੍ਹਾ ਕੇ ਦੇਖੋ, ਬੁਰਾ ਹਾਲ ਹੈ, ਮੰਦਾ ਹਾਲ ਹੈ। ਐਜੂਕੇਸ਼ਨ ਖੋ ਹੀ ਗਈ ਹੈ, ਦੁਹਾਈ ਰੱਬ ਦੀ ਹੈ। ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਅੱਜ ਵੀ ਜਿਹੜੀ ਐਜੂਕੇਸ਼ਨ ਹੈ ਉਹ 7-8 ਤਰ੍ਹਾਂ ਦੀ ਹੈ। ਇਹ ਵਰਨਾਂ ਦੇ ਵਿੱਚ ਵੰਡ ਦਿੱਤਾ ਗਿਆ। ਤੇ ਆਓ, ਜੇ ਤੁਸੀਂ ਸੱਚੀ ਆਪਣੇ ਸ਼ਹੀਦਾਂ ਨੂੰ ਮੰਨਦੇ ਹੋ, ਅੱਜ ਰਹਿਬਰਾਂ ਨੂੰ ਮੰਨਦੇ ਹੋ, ਗੁਰੂ ਸਾਹਿਬਾਨਾਂ ਨੇ ਬੜੇ ਯਤਨ ਉਪਰਾਲੇ ਕੀਤੇ ਕਿ ਵਿੱਦਿਆ ਬੜੀ ਜ਼ਰੂਰੀ ਹੋਣੀ ਚਾਹੀਦੀ ਆ, ਤੇ ਆਓ ਸੱਚੀ ਸੰਘਰਸ਼ ਕਰੋ। ਆਪਣੇ ਲੀਡਰਾਂ ਨੂੰ ਪੁੱਛੋ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ, ਆਪਣੇ ਅਫਸਰਾਂ ਨੂੰ ਪੁੱਛੋ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ, ਤਦ ਜਾ ਕੇ ਇਹ ਐਜੂਕੇਸ਼ਨ ਦੇ ਵਿੱਚ ਸੁਧਾਰ ਹੋਏਗਾ। ਬਹੁਤ ਬਹੁਤ ਧੰਨਵਾਦ ਜੀ। ਤੇ ਤੁਸੀਂ ਦੇਖਦੇ ਰਹੋ ਕਾਂਚੀ TV।